ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਸਟ ਨੋਟਸ। ਆਪਾਂ ਸ਼ੁਰੂ ਕਰ ਰਹੇ ਹਾਂ ਹਿਸਟਰੀ ਜਾਣ ਕਿ ਇਤਿਹਾਸ। ਹਿਸਟਰੀ ਦਾ ਸਬਜੈਕਟ ਵਿਚ ਡੀਲਸ ਵਿਦ ਦ ਸਟੱਡੀ ਆਫ ਦ ਪਾਸਟ। ਹਿਸਟਰੀ ਇੱਕ ਅਜਿਹਾ ਵਿਸ਼ਾ ਹੈ ਜਿਸ ਦੇ ਵਿੱਚ ਆਪਾਂ ਆਪਣੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਹਿਸਟਰੀ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ: ਪ੍ਰੀ ਹਿਸਟਰੀ, ਪ੍ਰੋਟੋ ਹਿਸਟਰੀ, ਹਿਸਟੋਰਿਕ ਪੀਰੀਅਡ। ਪ੍ਰੀ ਹਿਸਟਰੀ ਜਾਣ ਕਿ ਪੂਰਵ ਇਤਿਹਾਸ। ਇਸ ਸਮੇਂ ਦੇ ਵਿੱਚ ਆਪਣੇ ਕੋਲ ਕੋਈ ਵੀ ਰਿਟਨ ਰਿਕਾਰਡ ਨਹੀਂ ਸੀਗਾ ਤੇ ਇਹ ਸਮਾਂ 3000 BC ਤੱਕ ਦਾ ਸੀ। ਪ੍ਰੋਟੋ ਹਿਸਟਰੀ, ਇਹ ਸਮੇਂ ਦੇ ਵਿੱਚ ਰਿਟਨ ਰਿਕਾਰਡ ਤਾਂ ਅਵੇਲੇਬਲ ਸੀਗਾ ਬਟ ਡੈਸੀਫਰ ਨਹੀਂ ਕੀਤਾ ਜਾ ਸਕਦਾ ਸੀ। ਫੋਰ ਐਗਜ਼ਾਮਪਲ ਜਿਵੇਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਕਾਫੀ ਸਾਰੀਆਂ ਸੀਲਸ ਮਿਲੀਆਂ ਸੀ। ਸੀਲਸ ਮਤਲਬ ਮੋਹਰਾਂ ਮਿਲੀਆਂ ਸੀ ਜਿਹਦੇ ਉੱਤੇ ਸਕ੍ਰਿਪਟ ਲਿਖੀ ਹੋਈ ਸੀ ਉਹਨਾਂ ਦੀ, ਬਟ ਉਹ ਡੈਸੀਫਰ ਨਹੀਂ ਸੀ ਕੀਤੀ ਜਾ ਸਕਦੀ, ਮਤਲਬ ਉਹ ਪੜ੍ਹੀ ਨਹੀਂ ਸੀ ਜਾ ਸਕਦੀ। ਇਹਦਾ ਟਾਈਮ ਪੀਰੀਅਡ ਹੈਗਾ 3000 BC ਤੋਂ 600 BC ਤੱਕ ਦਾ। ਹਿਸਟੋਰਿਕ ਪੀਰੀਅਡ, ਇਸ ਦੇ ਵਿੱਚ ਆਪਣੇ ਕੋਲ ਰਿਟਨ ਰਿਕਾਰਡ ਵੀ ਅਵੇਲੇਬਲ ਸੀ, ਡੈਸੀਫਰ ਵੀ ਕੀਤੇ ਗਏ, ਮਤਲਬ ਕਿ ਉਹਨਾਂ ਨੂੰ ਪਛਾਣਿਆ ਗਿਆ ਤੇ ਪੜ੍ਹਿਆ ਗਿਆ। ਜਿਵੇਂ ਅਕਬਰ ਦੇ ਟਾਈਮ ਦੀ, ਜਿਵੇਂ ਅਕਬਰਨਾਮਾ ਬੁੱਕ ਹੋ ਗਈ, ਬਾਬਰਨਾਮਾ, ਇਹ ਸਾਰੀਆਂ ਆਪਾਂ ਇਹਦੇ ਬਾਰੇ ਇਨਫੋਰਮੇਸ਼ਨ ਆਪਾਂ ਨੂੰ ਮਿਲਦੀ ਹੈ, ਇਹ ਆਪਾਂ ਸਮਝ ਸਕਦੇ ਹਾਂ ਉਹਨਾਂ ਦੀ ਜੋ ਵੀ ਸਕ੍ਰਿਪਟ ਸੀਗੀ। ਤੇ ਇਸ ਦਾ ਟਾਈਮ 600 BC ਤੋਂ ਔਨਵਰਡ ਦਾ ਸੀਗਾ। ਸੋਰਸਿਸ, ਹੁਣ ਜੋ ਵੀ ਆਪਣੀ ਹਿਸਟਰੀ ਹੈ ਇਹਦੀ ਇਨਫੋਰਮੇਸ਼ਨ ਆਪਾਂ ਨੂੰ ਕੁਝ ਸੋਰਸਿਸ ਤੋਂ ਮਿਲਦੀ ਹੈ। ਫਸਟ ਜਿਵੇਂ ਹੋ ਗਿਆ ਲਿਟਰੇਰੀ ਸੋਰਸਿਸ, ਸਾਹਿਤਿਕ ਸਰੋਤ। ਰਿਗਵੇਦਾ ਮਤਲਬ ਵੈਦਿਕ ਏਜ ਦੇ ਵਿੱਚ ਬਹੁਤ ਸਾਰੇ ਵੇਦਸ ਲਿਖੇ ਗਏ, ਰਿਗਵੇਦਾ, ਯਜੁਰਵੇਦ, ਅਥਰਵਵੇਦ। ਤਾਂ ਉਹ ਵੇਦ ਦੇ ਵਿੱਚ ਆਪਾਂ ਨੂੰ ਆਰੀਅਨਸ ਬਾਰੇ ਦੱਸਿਆ ਗਿਆ ਹੈਗਾ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, 7 ਰਿਵਰਸ ਬਾਰੇ ਦੱਸਿਆ ਗਿਆ ਹੈਗਾ। ਤਾਂ ਲਿਟਰੇਰੀ ਸੋਰਸਿਸ ਵੀ ਇੱਕ ਸਾਧਨ ਨੇ ਜਿੱਥੋਂ ਆਪਾਂ ਨੂੰ ਹਿਸਟਰੀ ਦੀ ਇਨਫੋਰਮੇਸ਼ਨ ਮਿਲਦੀ ਹੈ। ਰਿਲੀਜੀਅਸ ਬੁੱਕਸ, ਧਾਰਮਿਕ ਪੁਸਤਕਾਂ ਜਿਵੇਂ ਐਪਿਕ ਹੋ ਗਏ, ਮਹਾਭਾਰਤ, ਰਮਾਇਣ, ਉੱਥੋਂ ਵੀ ਆਪਾਂ ਨੂੰ ਆਪਣੀ ਹਿਸਟਰੀ ਦੀ ਨੌਲੇਜ ਮਿਲਦੀ ਹੈ। ਆਰਕੀਓਲੋਜੀਕਲ ਸੋਰਸਿਸ, ਆਰਕੀਓਲੋਜਿਸਟ ਉਹ ਹੁੰਦੇ ਨੇ ਜੋ ਆਪਣੀ ਹਿਸਟਰੀ ਦੇ ਰਿਲੇਟਡ ਰਿਸਰਚ ਕਰਦੇ ਨੇ, ਆਪਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ। ਤਾਂ ਆਰਕੀਓਲੋਜੀਕਲ ਸੋਰਸਿਸ ਕਿਹੜੇ ਕਿਹੜੇ ਹੋ ਗਏ? ਜਿਵੇਂ ਸਟੋਨਸ ਦੀਆਂ ਇਨਸਕ੍ਰਿਪਸ਼ਨਸ ਹੋ ਗਈਆਂ, ਓਲਡ ਪੇਂਟਿੰਗਸ ਹੋ ਗਈਆਂ, ਉਹਨਾਂ 'ਤੇ ਪਿਕਟੋਗ੍ਰਾਫਿਕ ਸਕ੍ਰਿਪਟ ਲਿਖੀ ਹੁੰਦੀ ਸੀਗੀ, ਤਾਂ ਉਹਨਾਂ ਤੋਂ ਆਪਾਂ ਨੂੰ ਹਿਸਟਰੀ ਦੇ ਬਾਰੇ ਜਾਣਕਾਰੀ ਮਿਲਦੀ ਹੈ। ਅਕਾਊਂਟਸ ਆਫ ਫੋਰਨ ਟਰੈਵਲਰਸ ਐਂਡ ਰਾਈਟਰਸ, ਕਾਫੀ ਸਾਰੇ ਵਿਦੇਸ਼ੀ ਯਾਤਰੀ ਅਤੇ ਲੇਖਕਾਂ ਨੇ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ। ਸੋ ਇਹ ਸੋਰਸਿਸ ਨੇ ਜੋ ਆਪਾਂ ਨੂੰ ਆਪਣੀ ਹਿਸਟਰੀ ਦੇ ਬਾਰੇ ਦੱਸਦੇ ਨੇ। ਨੈਕਸਟ ਆਉਂਦਾ ਆਪਣੇ ਕੋਲ ਟਾਈਮ ਲਾਈਨਸ। ਆਪਾਂ ਹਿਸਟਰੀ ਦੀ ਬੁੱਕਸ ਦੇ ਵਿੱਚ ਬੇਸਿਕਲੀ ਦੇਖਿਆ ਹੈਗਾ ਵੀ AD BC CE ਯੂਜ਼ ਕੀਤਾ ਗਿਆ ਹੁੰਦਾ ਹੈਗਾ। ਸੋ ਇਹਨਾਂ ਦਾ ਮੀਨਿੰਗ ਕੀ ਹੈ? BC ਮਤਲਬ ਹੁੰਦਾ ਬਿਫੋਰ ਕ੍ਰਾਈਸਟ, ਜਾਣੀ ਕਿ ਈਸਾ ਪੂਰਵ। AD ਮੀਨਸ ਹੁੰਦਾ ਐਨੋ ਡੋਮਨੀ, ਮੀਨਸ ਇਨ ਦਾ ਈਅਰ ਆਫ ਲੋਰਡ। ਜੋ ਵੀ ਆਪਣਾ ਪ੍ਰੈਜ਼ੈਂਟ ਈਅਰ ਚੱਲ ਰਿਹਾ ਉਹਨੂੰ ਆਪਾਂ AD ਕਹਿ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ 2023 ਨੂੰ AD ਲਿਖ ਸਕਦੇ ਹਾਂ ਕਿਉਂਕਿ ਉਹ ਪ੍ਰੈਜ਼ੈਂਟ ਈਅਰ ਨੂੰ ਰਿਪਰੈਜ਼ੈਂਟ ਕਰਦਾ। ਸੇਮ CE ਕਾਮਨ ਐਰਾ, ਮਤਲਬ ਇਹ ਕਰੰਟ ਈਅਰ ਨੂੰ, ਹੁਣ ਜਿਹੜਾ ਈਅਰ ਚੱਲ ਰਿਹਾ ਉਹਨੂੰ ਹੀ ਰਿਪਰੈਜ਼ੈਂਟ ਕਰ ਰਿਹਾ। BCE ਬਿਫੋਰ ਕਾਮਨ ਐਰਾ, ਜੋ ਪਹਿਲਾਂ BC, ਇਹ BC ਬਿਫੋਰ ਕ੍ਰਾਈਸਟ ਵਾਲਾ ਹੀ ਸੇਮ ਬਿਫੋਰ ਕਾਮਨ ਐਰਾ ਹੈਗਾ। BC ਤੇ BC ਇੱਕ ਜਗ੍ਹਾ ਯੂਜ਼ ਕੀਤੇ ਜਾਂਦੇ ਨੇ, AD ਤੇ CE ਪ੍ਰੈਜ਼ੈਂਟ ਈਅਰ ਦੇ ਲਈ। ਬ੍ਰਿਟਿਸ਼ਰਸ ਨੇ ਇੱਕ ਟਾਈਮ ਲਾਈਨ ਬਣਾਈ ਜਿਸ ਦੇ ਵਿੱਚ ਅਸਿਊਮ ਕੀਤਾ ਗਿਆ ਵੀ ਜਦੋਂ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਉਹ ਈਅਰ ਨੂੰ 0 ਮੰਨ ਲੈਂਦੇ ਆ, ਤੇ ਉਸ ਤੋਂ ਪਹਿਲਾਂ ਵਾਲੇ ਨੂੰ ਬਿਫੋਰ ਕ੍ਰਾਈਸਟ BC ਈਸਾ ਪੂਰਵ, ਤੇ ਉਸ ਤੋਂ ਬਾਅਦ ਵਾਲੇ ਨੂੰ CE ਜਾਂ ਫਿਰ AD। ਸੋ ਇਹ ਸੀਗੀ ਟਾਈਮ ਲਾਈਨ ਦੀ ਥਿਊਰੀ ਜੋ ਵੀ ਬ੍ਰਿਟਿਸ਼ਰਸ ਦੇ ਵੱਲੋਂ ਦਿੱਤੀ ਗਈ, ਤੇ ਐਵੇਂ ਹੀ ਹਿਸਟਰੀ ਦੇ ਵਿੱਚ ਯੂਜ਼ ਹੁੰਦੀ ਹੈ। ਉਸ ਤੋਂ ਬਾਅਦ ਆਉਂਦਾ ਪ੍ਰੀ ਹਿਸਟੋਰਿਕ ਪੀਰੀਅਡ। ਪੂਰਵ ਇਤਿਹਾਸਕ ਕਾਲ ਨੂੰ ਕੁਝ ਇਸ ਤਰ੍ਹਾਂ ਵੰਡਿਆ ਗਿਆ ਹੈ: ਪੈਲੀਓਲਿਥਿਕ ਓਲਡ ਸਟੋਨ ਏਜ ਜਾਣੀ ਕਿ ਪੁਰਾ ਪਾਸ਼ਾਣ ਯੁੱਗ, ਮੈਜ਼ੋਲਿਥਿਕ ਮੱਧ ਪਾਸ਼ਾਣ ਯੁੱਗ, ਮਿਡਲ ਸਟੋਨ ਏਜ, ਨਿਓਲਿਥਿਕ ਨਵਾਂ ਪਾਸ਼ਾਣ ਯੁੱਗ, ਨਿਊ ਸਟੋਨ ਏਜ। ਮੈਟਲ ਏਜ ਦੇ ਵਿੱਚ ਆ ਜਾਂਦੇ ਆਪਣੇ ਕੋਲ ਚਾਲਕੋਲਿਥਿਕ ਏਜ ਤੇ ਆਇਰਨ ਏਜ। ਜਿਹੜੇ ਆਰਕੀਓਲੋਜਿਸਟ ਨੇ ਜਾਂ ਫਿਰ ਹਿਸਟੋਰੀਅਨਸ ਨੇ ਉਹ ਕੁਝ ਟੈਕਨਿਕਸ ਦਾ ਯੂਜ਼ ਕਰਦੇ ਨੇ ਜਿਸ ਦੇ ਨਾਲ ਉਹ ਆਪਣੇ ਪਾਸਟ ਦਾ ਟਾਈਮ ਪੀਰੀਅਡ ਮੈਜਰ ਕਰਦੇ ਨੇ। ਜਿਵੇਂ ਕੋਈ ਵੀ ਸੋਰਸ ਹੈ, ਆਰਕੀਓਲੋਜਿਸਟ ਨੂੰ ਕਿਵੇਂ ਪਤਾ ਲੱਗਦਾ ਵੀ ਇੰਨੇ ਸਾਲ ਪੁਰਾਣਾ ਹੈਗਾ? ਤਾਂ ਕੁਝ ਟੈਕਨਿਕਸ ਨੇ, ਜਿਵੇਂ ਕਿ ਫਸਟ ਹੈਗੀ ਹੈ ਰੇਡੀਓ ਕਾਰਬਨ ਡੇਟਿੰਗ। ਇਹਦੇ ਵਿੱਚ ਕੀ ਹੁੰਦਾ, ਕੋਈ ਵੀ ਆਰਗੈਨਿਕ ਮਟੀਰੀਅਲ ਹੁੰਦਾ ਉਸ ਦੇ ਵਿੱਚ ਕਿੰਨੀ ਕਾਰਬਨ ਪਰਸੈਂਟੇਜ ਲੋਸ ਹੋ ਚੁੱਕੀ ਹੈ, ਉਹਦੇ ਬੇਸ ਤੇ ਟਾਈਮ ਪੀਰੀਅਡ ਹੈ ਜਿਹੜਾ ਉਹ ਪਤਾ ਲਗਾਇਆ ਜਾਂਦਾ ਹੈਗਾ। ਟਾਈਮ ਪੀਰੀਅਡ ਦਿੱਤਾ ਜਾਂਦਾ ਹੈ ਕਿਹਦੇ ਬੇਸ ਤੇ? ਲਾਸ ਆਫ ਕਾਰਬਨ ਦੇ ਬੇਸ ਤੇ। ਕੋਈ ਵੀ ਪਦਾਰਥ ਹੈ ਉਹਦੇ ਵਿੱਚ ਜਿੰਨਾ ਕਾਰਬਨ ਦਾ ਨੁਕਸਾਨ ਹੋਇਆ ਹੋਊਗਾ ਉਹ ਓਨੀ ਹੀ ਚੀਜ਼ ਪੁਰਾਣੀ ਹੋਊਗੀ। ਠੀਕ ਹੈ। ਸੋ ਰੇਡੀਓ ਕਾਰਬਨ ਡੇਟਿੰਗ ਕਿਹਦੇ ਤੇ ਬੇਸਡ ਹੈ? ਲਾਸ ਆਫ ਕਾਰਬਨ ਤੇ।
ਸੈਕਿੰਡ ਨੈਕਸਟ ਆਉਂਦੀ ਆ ਆਪਣੇ ਕੋਲ ਡੈਂਡਰੋਕ੍ਰੋਨੋਲੋਜੀ। ਡੈਂਡਰੋਕ੍ਰੋਨੋਲੋਜੀ ਦੇ ਵਿੱਚ ਕੀ ਹੈ ਵੀ ਜਿਹੜੀ ਹਿਸਟੋਰੀਕਲ ਸੋਰਸਿਸ ਨੇ ਉਹ ਵੁਡਨ ਦੇ ਹੀ ਜ਼ਿਆਦਾਤਰ ਬਣੇ ਹੁੰਦੇ ਨੇ। ਵੁਡਨ ਦੇ ਘਰ ਹੁੰਦੇ ਨੇ, ਵੁਡਨ ਦੀਆਂ ਪੋਟਰੀਜ਼ ਹੁੰਦੀਆਂ ਨੇ, ਠੀਕ ਹੈ, ਵੁਡਨ ਦੀਆਂ ਪੇਂਟਿੰਗਸ ਹੁੰਦੀਆਂ ਨੇ। ਸੋ ਕੋਈ ਵੀ ਵੁੱਡ ਹੈ ਉਹਦੇ ਉੱਤੇ ਛੋਟੀਆਂ ਛੋਟੀਆਂ ਰਿੰਗਸ ਬਣੀਆਂ ਹੁੰਦੀਆਂ ਨੇ, ਟਰੀ ਰਿੰਗਸ ਹੁੰਦੀਆਂ ਨੇ। ਮਾਈਕਰੋਸਕੋਪ ਦੀ ਮਦਦ ਦੇ ਨਾਲ ਉਹਨਾਂ ਨੂੰ ਕਾਊਂਟ ਕੀਤਾ ਜਾਂਦਾ ਹੈਗਾ। ਜਿੰਨੀਆਂ ਉਹ ਰਿੰਗਸ ਹੋਣਗੀਆਂ ਓਨੀ ਹੀ ਪੁਰਾਣੀ ਉਹ ਵੁੱਡ ਹੋਊਗੀ। ਤਾਂ ਇੱਥੋਂ ਵੀ ਟਾਈਮ ਪੀਰੀਅਡ ਆਪਾਂ ਨੂੰ ਪਤਾ ਲੱਗਦਾ ਹੈ। ਨੈਕਸਟ ਆਪਣੇ ਕੋਲ ਪੈਲੀਓਲਿਥਿਕ ਜਾਣੀ ਕਿ ਪੂਰਵ ਇਤਿਹਾਸਕ ਕਾਲ, ਇਹਨੂੰ ਓਲਡ ਸਟੋਨ ਏਜ ਵੀ ਕਿਹਾ ਜਾਂਦਾ ਹੈਗਾ। ਇਹਦਾ ਟਾਈਮ ਪੀਰੀਅਡ ਹੈਗਾ 5 ਲੱਖ ਤੋਂ 10,000 BC ਤੱਕ ਦਾ। ਇਹ ਟਾਈਮ ਦੇ ਵਿੱਚ ਕੀ ਸੀਗਾ, ਜਿਹੜੀਆਂ ਸਾਈਟਸ ਸੀਗੀਆਂ ਮਤਲਬ ਜਿਹੜੀਆਂ ਪਲੇਸਿਸ ਸੀਗੀਆਂ ਉਹ ਬੇਸਿਕਲੀ ਵਾਟਰ ਸੋਰਸਿਸ ਦੇ ਨੇੜੇ ਹੀ ਹੁੰਦੀਆਂ ਸੀ। ਪਾਣੀ ਦੇ ਨੇੜੇ ਹੀ ਜਿਹੜੇ ਲੋਕ ਸੀ ਉਹ ਰਹਿੰਦੇ ਸੀਗੇ। ਤੇ ਰੌਕ ਸ਼ੈਲਟਰਸ ਐਂਡ ਕੇਵਸ ਯੂਜ਼ ਕੀਤੇ ਜਾਂਦੇ ਸੀ, ਮਤਲਬ ਗੁਫਾਵਾਂ ਰਹਿਣ ਦੇ ਲਈ ਵਰਤਦੇ ਸੀ ਉਹ। ਫੂਡ ਵਾਜ਼ ਆਬਟੇਨਡ ਬਾਈ ਹੰਟਿੰਗ ਐਨੀਮਲਸ ਐਂਡ ਗੈਦਰਿੰਗ ਐਡੀਬਲ ਪਲਾਂਟਸ। ਜਿਹੜੇ ਉਹਨਾਂ ਦੀ ਖਾਣ ਦੀਆਂ ਨੀਡਸ ਸੀਗੀਆਂ ਉਹ ਸ਼ਿਕਾਰ ਕਰਕੇ ਪੂਰੀਆਂ ਕਰਦੇ ਸੀ, ਅਤੇ ਜਿਹੜੇ ਪੌਦੇ ਖਾਣ ਲਾਇਕ ਹੁੰਦੇ ਸੀ ਉਹਨਾਂ ਨੂੰ ਖਾ ਕੇ ਪੂਰੀਆਂ ਕਰਦੇ ਸੀ। ਇਸ ਕਰਕੇ ਉਹ ਲੋਕਾਂ ਨੂੰ ਹੰਟਰ ਗੈਦਰਰ ਕਿਹਾ ਜਾਂਦਾ ਸੀ। ਹੰਟਰ ਮਤਲਬ ਸ਼ਿਕਾਰ ਕਰਦੇ ਸੀ, ਗੈਦਰਰਸ ਮਤਲਬ ਹੁੰਦਾ ਵੀ ਇਕੱਠਾ ਕਰਨਾ। ਉਹ ਐਡੀਬਲ ਪਲਾਂਟਸ ਨੂੰ ਖਾਣ ਲਾਇਕ ਪੌਦਿਆਂ ਨੂੰ ਇਕੱਠਾ ਕਰਕੇ ਰੱਖਦੇ ਸੀ। ਨੋ ਨੌਲੇਜ ਆਫ ਐਗਰੀਕਲਚਰ ਐਂਡ ਫਾਇਰ, ਉਹਨਾਂ ਨੂੰ ਖੇਤੀਬਾੜੀ ਦੀ ਤੇ ਅੱਗ ਦੀ ਕੋਈ ਵੀ ਨੌਲੇਜ ਨਹੀਂ ਸੀਗੀ। ਯੂਜ਼ਡ ਸਟੋਨ ਟੂਲਸ ਮੇਡ ਅਪ ਆਫ ਕੁਆਰਟੇਜ਼ਾਈਟ। ਕੁਆਰਟੇਜ਼ਾਈਟ ਇੱਕ ਸਟੋਨ ਦਾ ਨੇਮ ਹੈ। ਇਹ ਸਪੈਸ਼ਲੀ ਯੂਜ਼ ਕੀਤਾ ਜਾਂਦਾ ਸੀ ਪੈਲੋਲਿਥਿਕ ਦੇ ਵਿੱਚ ਟੂਲਸ ਬਣਾਉਣ ਦੇ ਲਈ। Their way of life become modified with the passage of time। ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਉਹਨਾਂ ਨੂੰ ਨਵੀਂ ਨਵੀਂ ਇਨਫੋਰਮੇਸ਼ਨ ਮਿਲਦੀ ਗਈ, ਨਿਊ ਨੌਲੇਜ ਡਿਸਕਵਰ ਕਰਦੇ ਗਏ ਉਹ। ਤਾਂ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਸੀ ਉਹ ਥੋੜ੍ਹਾ ਜਿਹਾ ਚੇਂਜ ਹੁੰਦਾ ਗਿਆ। ਉਹ ਐਨੀਮਲਸ ਨੂੰ ਪਾਲਣਾ ਉਹਨਾਂ ਨੇ ਸ਼ੁਰੂ ਕੀਤਾ, ਥੋੜ੍ਹੇ ਥੋੜ੍ਹੇ ਪਲਾਂਟਸ ਉਹਨਾਂ ਨੇ ਗਰੋ ਕਰਨੇ ਸਟਾਰਟ ਕਰ ਦਿੱਤੇ। Old Stone Age paintings have been found on rocks at Bhimbetka MP। ਜਿਹੜੀਆਂ Old Stone Age ਦੀਆਂ ਪੇਂਟਿੰਗਾਂ ਨੇ ਉਹ ਆਪਾਂ ਨੂੰ ਭੀਮਬੇਟਕਾ ਇੱਕ ਹਿਸਟੋਰੀਕਲ ਸਾਈਟ ਹੈ ਜੋ ਕਿ ਮੱਧਿਆ ਪ੍ਰਦੇਸ਼ ਦੇ ਵਿੱਚ ਐਗਜ਼ਿਸਟ ਕਰਦੀ ਹੈ, ਉੱਥੇ ਮਿਲਦੀਆਂ ਨੇ। ਮੈਜ਼ੋਲਿਥਿਕ ਮਿਡਲ ਸਟੋਨ ਏਜ ਮੱਧ ਪਾਸ਼ਾਣ ਯੁੱਗ। ਇਹਦਾ ਟਾਈਮ ਪੀਰੀਅਡ ਹੈਗਾ 10,000 BC ਤੋਂ 6,000 BC। Paintings and engravings were found। Different type of stone tool is found। ਵੱਖ-ਵੱਖ ਕਿਸਮ ਦੇ ਪੱਥਰ ਦੇ ਸੰਦ ਮਿਲੇ। ਹੰਟਿੰਗ ਗੈਦਰਿੰਗ ਪੈਟਰਨ ਆਫ ਲਾਈਫ ਕੰਟੀਨਿਊ। ਜੋ ਓਲਡ ਸਟੋਨ ਏਜ ਦੇ ਵਿੱਚ ਚੱਲਦਾ ਸੀਗਾ, ਸ਼ਿਕਾਰ ਕਰਨਾ ਤੇ ਖਾਣ ਲਾਇਕ ਪੌਦੇ ਇਕੱਠੇ ਕਰਨਾ, ਉਹ ਜਿਹੜਾ ਲਾਈਫ ਸਟਾਈਲ ਸੀ ਉਹ ਹਜੇ ਤੱਕ ਹੀ ਕੰਟੀਨਿਊ ਸੀਗਾ। ਮਿਡਲ ਸਟੋਨ ਏਜ ਦੇ ਵਿੱਚ ਆਪਾਂ ਨੂੰ ਟਾਈਨੀ ਸਟੋਨ ਟੂਲਸ ਮਤਲਬ ਜੋ ਸਾਈਜ਼ ਦੇ ਵਿੱਚ ਛੋਟੇ ਸੀ ਇਹੋ ਜਿਹੇ ਪੱਥਰ ਦੇ ਟੂਲ ਦੇਖਣ ਨੂੰ ਮਿਲੇ। ਡੋਮੈਸਟੀਕੇਸ਼ਨ ਐਂਡ ਕਲਟੀਵੇਸ਼ਨ ਸਟਾਰਟਡ। ਜੋ ਘਰੇਲੂ ਜੀਵਨ ਸੀ, ਖੇਤੀਬਾੜੀ ਸੀ, ਉਹ ਉਹਨਾਂ ਨੇ ਸ਼ੁਰੂ ਕਰ ਲਈ ਸੀਗੀ। ਰਿਮੇਨਸ ਆਰ ਫਾਊਂਡ ਇਨ ਲਗਾਗੰਜ ਇਨ ਗੁਜਰਾਤ ਐਂਡ ਆਦਮਗੜ੍ਹ ਇਨ MP। ਗੁਜਰਾਤ ਦੇ ਲਗਾਗੰਜ ਵਿੱਚ ਤੇ MP ਦੇ ਆਦਮਗੜ੍ਹ ਦੇ ਵਿੱਚ ਆਪਾਂ ਨੂੰ ਮੀਜ਼ੋਲਿਥਿਕ ਦੇ ਕੁਝ ਰਿਮੇਨਸ ਮਿਲਦੇ ਨੇ। ਨੈਕਸਟ ਆਪਣੇ ਕੋਲ ਨਿਓਲਿਥਿਕ ਮਤਲਬ ਨਿਊ ਸਟੋਨ ਏਜ 6,000 BC ਤੋਂ 4,000 BC। ਇਹਦੇ ਵਿੱਚ ਕੀ ਸੀਗਾ, ਹੁਣ ਉਹ ਸਟੋਨ ਟੂਲਸ ਨੂੰ ਪੋਲਿਸ਼ ਕਰਨ ਲੱਗੇ, ਭਾਂਡੇ ਬਣਾਉਣਾ ਉਹਨਾਂ ਨੇ ਸ਼ੁਰੂ ਕੀਤਾ, ਮਿੱਟੀ ਦੇ ਘਰ ਬਣਾਉਣ ਲੱਗੇ, ਥੋੜ੍ਹੀ ਥੋੜ੍ਹੀ ਡਿਵੈਲਪਮੈਂਟ ਹੋਣ ਲੱਗੀ। ਓਲਡ ਸਟੋਨ ਤੋਂ ਮਿਡਲ ਤੋਂ ਨਿਊ ਸਟੋਨ ਤੱਕ ਥੋੜ੍ਹੀ ਥੋੜ੍ਹੀ ਡਿਵੈਲਪਮੈਂਟ ਹੋਣ ਲੱਗੀ। ਕਲਟੀਵੇਸ਼ਨਸ of plants domestication leads to emergence of village। ਹੁਣ ਜਿਹੜੇ ਲੋਕ ਸੀ ਉਹ ਇੱਕ ਜਗ੍ਹਾ ਖੇਤੀਬਾੜੀ ਕਰਦੇ ਸੀ ਜਿਹਦੇ ਨਾਲ ਇੱਕ ਪਿੰਡ ਬਣਨਾ ਸ਼ੁਰੂ ਹੋਇਆ। ਪਹਿਲਾਂ ਤਾਂ ਮਤਲਬ ਆਈਸੋਲੇਟਡ ਸਕੈਟਰਡ ਰਹਿੰਦੇ ਸੀ ਲੋਕ, ਅਲੱਗ-ਅਲੱਗ ਰਹਿੰਦੇ ਸੀ। ਹੌਲੀ ਹੌਲੀ ਉਹਨਾਂ ਨੇ ਇਕੱਠੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਯੂਜ਼ਡ ਕਲੋਥਸ ਮੇਡ ਅਪ ਆਫ ਕਾਟਨ ਐਂਡ ਵੂਲ। ਹੁਣ ਇੱਥੇ ਕੱਪੜੇ ਪਾਉਣੇ ਵੀ ਉਹਨਾਂ ਨੇ ਸ਼ੁਰੂ ਕਰ ਦਿੱਤੇ ਸੀ। ਨਿਊ ਟੈਕਨੋਲੋਜੀਜ਼ ਇਨ ਮੈਨੂਫੈਕਚਰਿੰਗ ਆਫ ਟੂਲਸ। ਨਵੀਆਂ ਤਕਨੀਕਾਂ ਨੂੰ ਵਰਤਿਆ ਟੂਲ ਬਣਾਉਣ ਦੇ ਲਈ। ਵੀਟ, ਰਾਈਸ, ਮਿਲੇਟਸ ਗਰੋਨ ਕੀਤੇ ਗਏ, ਕਣਕ, ਚਾਵਲ, ਬਾਜਰਾ। ਪੋਟਰੀ ਵਾਜ਼ ਯੂਜ਼ਡ ਫॉर ਕੁਕਿੰਗ। ਖਾਣਾ ਪਕਾਉਣ ਦੇ ਲਈ ਭਾਂਡੇ ਦੀ ਵਰਤੋਂ ਵੀ ਉਹ ਕਰਨ ਲੱਗੇ। ਆਪਾਂ ਦੇਖਿਆ ਕਿ ਆਪਾਂ ਵੀ ਓਲਡ ਸਟੋਨ ਤੋਂ ਨਿਊ ਸਟੋਨ ਏਜ ਦੇ ਵਿੱਚ ਕਾਫੀ ਸਾਰੇ ਚੇਂਜਸ ਆਏ, ਕਾਫੀ ਨਿਊ ਚੀਜ਼ਾਂ ਲੋਕਾਂ ਨੇ ਸਿੱਖੀਆਂ, ਡਿਵੈਲਪਡ ਹੋਈ ਗਏ, ਫਰਨਿਸ਼ਡ ਹੋਈ ਗਏ। ਇਸ ਤੋਂ ਬਾਅਦ ਆਉਂਦੀ ਆਪਣੇ ਕੋਲ ਮੈਟਲ ਏਜ। ਮੈਟਲ ਏਜ ਦੇ ਵਿੱਚ ਚਾਲਕੋਲਿਥਿਕ। ਇਹਦੇ ਵਿੱਚ ਕਾਪਰ ਤੇ ਬ੍ਰੋਂਜ਼, ਤਾਂਬਾ ਤੇ ਕਾਂਸੇ ਦੀ ਵਰਤੋਂ ਕੀਤੀ ਗਈ। ਆਇਰਨ ਏਜ ਦੇ ਵਿੱਚ ਆਇਰਨ ਦੇ ਵੈਪਨਸ
ਬਣਾਏ ਗਏ, ਟੂਲਸ ਬਣਾਏ ਗਏ, ਠੀਕ ਹੈ। ਉਸ ਤੋਂ ਬਾਅਦ ਐਵੇਂ ਹੀ ਆਪਣੇ ਇੰਡੀਅਨ ਹਿਸਟਰੀ ਦੀ ਸ਼ੁਰੂਆਤ ਹੁੰਦੀ ਹੈ। ਫਸਟ ਇਹਦੇ ਵਿੱਚ ਪਾਰਟ ਆਉਂਦਾ ਹੈ ਏਂਸ਼ੀਅੰਟ, ਪ੍ਰਾਚੀਨ, ਮੈਡੀਵੀਅਲ, ਮੱਧਕਾਲੀ, ਮਾਡਰਨ, ਆਧੁਨਿਕ। ਇੰਡੀਅਨ ਹਿਸਟਰੀ ਇਹ 3 ਹਿੱਸਿਆਂ ਦੇ ਵਿੱਚ ਡਿਵਾਈਡ ਕੀਤੀ ਗਈ ਹੈ। ਜੇਕਰ ਆਪਾਂ ਏਂਸ਼ੀਅੰਟ ਇੰਡੀਅਨ ਹਿਸਟਰੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਆਉਂਦੇ ਨੇ ਇੰਡਸ ਵੈਲੀ ਸਿਵਲਾਈਜੇਸ਼ਨ, ਵੈਦਿਕ ਏਜ, ਜੈਨਿਜ਼ਮ, ਬੁੱਧਿਜ਼ਮ, ਮੌਰਿਆਸ, ਸੰਗਮ ਏਜ, ਗੁਪਤ ਏਜ, ਵਰਦਨਸ ਐਂਡ देयर ਟਾਈਮਸ, ਰਾਜਪੂਤ, ਸਾਊਥ ਇੰਡੀਆ ਕਿੰਗਡਮ। ਇਹ ਸਾਰਾ ਪਾਰਟ ਏਂਸ਼ੀਅੰਟ ਇੰਡੀਅਨ ਹਿਸਟਰੀ ਦਾ। ਮਿਡੀਵਲ ਇੰਡੀਅਨ ਹਿਸਟਰੀ ਦੇ ਵਿੱਚ ਆ ਜਾਂਦੇ ਨੇ ਅਰਬ ਐਂਡ ਤੁਰਕਿਸ਼ ਇਨਵੈਂਸ਼ਨਸ, ਦਿੱਲੀ ਸਲਤਨਤ, राइज ऑफ रीजनल किंगडम्स, विजयनगर एंड बामनी इंपायर, सूफी एंड भक्ति मूवमेंट, मुगल इंपायर, मराठास ते सिख इंपायर। ये सारा मैਡੀਵੀਅਲ ਦਾ पार्ट है। मॉडर्न कित्थों शुरू होंदी है, जदों यूरोपीयंस इंडिया दे विच आउंदे ने। उस तो बाद ब्रिटिश पावर दी एक्सपेंशन होंदी है। 1857 ਦੇ ਵਿੱਚ ਇੰਡੀਅਨਸ ਦੇ ਵੱਲੋਂ ਵਿਦਰੋਹ ਕੀਤਾ ਜਾਂਦਾ ਹੈ ਬ੍ਰਿਟਿਸ਼ ਪਾਵਰ ਦਾ। ग्रोथ ऑफ नैशनलिज्म, बंगाल दी पार्टीशन, मुस्लिम लीग, लखनऊ पैक्ट, होम रूल लीग, अगस्त डिक्लेरेशन, गांधीयन एरा, क्विट इंडिया मूवमेंट, फॉरवर्ड ब्लॉक एंड INA, फिर लास्ट में आता है इंडिपेंडेंस एंड पार्टीशन ऑफ इंडिया। ये सारे टॉपिक जस्ट नोट्स चैनल के उत्ते करवाए जाएंगे। लाइन वाइज वीडियोज़ अपलोड होंदियां रहनगियां। If you like my content and like my efforts, please like, subscribe and share my channel. Thank you.